तो ਅਸੀਂ ਅੱਜ ਦੀ ਆਪਣੀ ਚਰਚਾ ਦੀ ਸ਼ੁਰੂਆਤ ਕਰਾਂਗੇ। ਬਜਟ ਦੇ ਵਿੱਚ ਕੀ ਕੁਝ ਮਿਲਿਆ, ਬਜਟ ਦੇ ਵਿੱਚ ਕੀ ਖਾਸ ਰਿਹਾ, ਉਹ ਸਭ ਕੁਝ ਸਮਝਣ ਦੀ ਕੋਸ਼ਿਸ਼ ਹੋਏਗੀ। ਪਰ ਅੱਜ ਦੇ ਸਵਾਲ ਦੇ ਨਾਲ ਹੀ ਸ਼ੁਰੂਆਤ ਕਰਦੇ ਹਾਂ, ਆਪਣੇ ਦਰਸ਼ਕਾਂ ਨਾਲ ਜੋੜਨ ਦੀ ਕੋਸ਼ਿਸ਼ ਹਰ ਵਾਰ ਦੀ ਤਰ੍ਹਾਂ। ਸਾਡਾ ਅੱਜ ਦਾ ਸਵਾਲ ਬਜਟ ਦੇ ਨਾਲ ਜੁੜਿਆ ਹੋਇਆ ਹੈ, ਪ੍ਰਧਾਨ ਮੰਤਰੀ ਦੇ ਉਸ ਬਿਆਨ ਦੇ ਨਾਲ ਜੁੜਿਆ ਹੋਇਆ ਹੈ ਜੋ ਬਜਟ ਤੋਂ ਬਾਅਦ ਉਹਨਾਂ ਦੇ ਵੱਲੋਂ ਦਿੱਤਾ ਗਿਆ। ਸਾਡਾ ਅੱਜ ਦਾ ਸਵਾਲ ਜੋ ਹੈ ਪਹਿਲਾਂ ਉਹ ਤੁਹਾਡੇ ਨਾਲ ਦੱਸਦੇ ਹਾਂ, ਉਸ ਤੋਂ ਬਾਅਦ ਆਪਣੀ ਚਰਚਾ ਦੀ ਸ਼ੁਰੂਆਤ ਕਰਾਂਗੇ। ਸਾਡਾ ਅੱਜ ਦਾ ਸਵਾਲ ਹੈ ਕਿ ਇਸ ਵਾਰ ਦਾ ਬਜਟ ਕੀ ਕਿਸਾਨ ਕੇਂਦਰਿਤ ਹੈ, कि इस बार दा बजट किसान केंद्रित है, क्योंकि प्रधानमंत्री ने जिक्र किया कि किसान केंद्रित है इस बार दा बजट। तो की किसान केंद्रित है इस बार दा बजट? जेकर तो लगता है कि हाँ किसानों को सेंट्रिक रख के उन्होंने ध्यान दे विच रखते ये बनाया गया, तो टाइप करो न्यूज़18 स्पेस दे के PHH स्पेस दे के वाई। जेकर तुहानूं अजिहा नहीं लगता तो टाइप करो न्यूज़18 स्पेस दे के PHH स्पेस दे के N ਤੇ ਇਸ ਨੂੰ ਭੇਜ ਦਿਓ 56677 ਦੇ ਉੱਤੇ। ਅਸੀਂ ਤੁਹਾਡੀ ਰਾਏ ਇਸ ਪ੍ਰੋਗਰਾਮ ਦੇ ਆਖਿਰ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ। ਆਪਣੀ ਰਾਏ ਸਾਡੇ ਤੱਕ ਜ਼ਰੂਰ ਪਹੁੰਚਾਓ। ਪ੍ਰਧਾਨ ਮੰਤਰੀ ਦਾ ਬਿਆਨ ਉਸ ਦਿਨ ਨਾਲ ਜੁੜਿਆ ਹੋਇਆ ਅਸੀਂ ਸਵਾਲ ਪੁੱਛ ਰਹੇ ਹਾਂ। ਅਸੀਂ ਆਪਣੀ ਚਰਚਾ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਇਸ ਬਜਟ ਤੋਂ ਬਾਅਦ ਕਿ ਬਜਟ 'ਚ ਕੀ ਕੁਝ ਮਿਲਿਆ, ਕੀ ਉਮੀਦ ਸੀ, ਕਿ ਉਮੀਦ ਦੇ ਮੁਤਾਬਿਕ ਬਜਟ ਸੀ ਨਹੀਂ ਸੀ, ਬਹੁਤ ਸਾਰੇ ਪੁਆਇੰਟਸ ਨੇ। ਪਹਿਲਾਂ ਤਾਰੁਫ ਕਰਵਾਉਣਾ ਸਾਡੇ ਅੱਜ ਦੇ ਮਹਿਮਾਨਾਂ ਦੇ ਨਾਲ। ਸਾਡੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਜੁੜ ਰਹੇ ਨੇ, ਖੇਤੀਬਾੜੀ ਮਾਹਰ ਨੇ। ਉਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਬਜਟ ਨੂੰ ਕਿਵੇਂ ਦੇਖਦੇ ਨੇ। ਤੇ ਨਾਲ ਸਾਡੇ ਮਲਿਕ ਜੀ ਜੁੜ ਰਹੇ ਨੇ ਜੋ ਕਿ ਬੀਜੇਪੀ ਨੂੰ ਰਿਪਰੈਜ਼ੈਂਟ ਕਰਨਗੇ। ਰਮਨ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ। ਪ੍ਰੋਫੈਸਰ ਸਾਹਿਬ ਤੁਹਾਡਾ ਵੀ ਸਵਾਗਤ ਹੈ। ਪ੍ਰੋਫੈਸਰ ਸਾਹਿਬ ਸ਼ੁਰੂਆਤ ਤੁਹਾਡੇ ਤੋਂ ਹੀ ਅੱਜ ਦੇ ਇਸ ਪ੍ਰੋਗਰਾਮ ਦੀ। ਬਜਟ ਕੀ ਕਿਸਾਨ ਸੈਂਟਰਿਕ ਹੈ? ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਵਧਾਈ ਹੋਵੇ ਖਜ਼ਾਨਾ ਮੰਤਰੀ ਨੂੰ, ਤੇ ਨਾਲ ਹੀ ਉਹਨਾਂ ਨੇ ਵੀ ਜ਼ਿਕਰ ਕੀਤਾ ਕਿ ਇਸ ਵਾਰ ਦਾ ਬਜਟ ਕਿਸਾਨ ਸੈਂਟਰਿਕ ਹੈ। देखो जिहड़ी गल दी बीजेपी ਜਾਂ सरकार इस वेले ज़्यादा सराहना कर रही है वो ये है कि 75,000 करोड़ रुपया कणक खरीदण लई MSP ते उत्ते रेट दे उत्ते असीं रख लिया। 1,72,000 करोड़ रुपया असीं ਝੋਨਾ ਖਰੀਦਣ ਲਈ ਰੱਖ ਲਿਆ। ਉਹ ਕਈਆਂ ਸੂਬਿਆਂ 'ਚੋਂ ਹੋਊਗਾ। ਇਹ ਤਾਂ ਇੱਕ ਚੰਗੀ ਗੱਲ ਹੈਗੀ ਆ ਕਿ ਪੈਸਾ ਜਿਹੜਾ ਹੈ ਉਹ ਕਿਸਾਨਾਂ ਨੂੰ ਵੀ ਇਸ ਗੱਲ ਦੀ ਥੋੜ੍ਹੀ ਰਾਹਤ ਹੋਊਗੀ, ਭਰੋਸਾ ਹੋਊਗੀ ਕਿ MSP ਦਾ ਜਿਹੜਾ ਰੱਸਾ ਵਲੇਟਿਆ ਨਹੀਂ ਜਾ ਰਿਹਾ, ਕੁਛ ਨਾ ਕੁਛ ਸਾਨੂੰ ਮਿਲੂਗਾ। ਪਰ ਉਂਝ ਓਵਰਆਲ ਜਿਹੜਾ ਖੇਤੀ ਦਾ ਬਜਟ 6% ਘਟਿਆ ਆ, ਕਿਉਂਕਿ ਉਹਦਾ ਕਾਰਨ ਇਹ ਹੈਗਾ ਕਿ ਪੈਸਾ ਹੈ ਹੀ ਨਹੀਂ ਸਰਕਾਰ ਕੋਲੋਂ। ਪੈਸਾ ਸਰਕਾਰ ਕੋਲੋਂ ਦੋ ਹੀ ਜਗ੍ਹਾ ਤੋਂ ਆਉਣਾ। एक हैगा कि ਜਿਹੜੇ ਐਸੈਟ ਵੇਚ ਕੇ ਜਿਹਨੂੰ ਮਿਨਿਸਟਰੀ ਆਫ ਡਿਸਇਨਵੈਸਟਮੈਂਟ ਕਹਿੰਦੇ ਆ, ਉਹ ਇਹਨਾਂ ਨੇ ਪੌਣੇ 2 ਲੱਖ ਦਾ ਐਸਟੀਮੇਟ, ਪੌਣੇ 2 ਲੱਖ ਕਰੋੜ ਦਾ ਐਸਟੀਮੇਟ ਲਾਇਆ ਕਿ ਸਾਨੂੰ ਅਸੀਂ ਇੰਨਾ ਕੁ ਪੈਸਾ ਇਕੱਠਾ ਕਰਾਂਗੇ। ਦੂਜਾ ਤੇਲ ਤੋਂ ਆਉਂਦਾ ਹੈ। ਤੇਲ ਦਾ ਸ਼ੁਕਰ ਕਰੋ ਇਹ ਅਨਾਉਂਸਮੈਂਟ ਇਹ ਹੋਈ ਹੈ ਕਿ ਪ੍ਰਾਈਸਿਸ ਨਹੀਂ ਵਧਣਗੀਆਂ, ਭਾਵੇਂ ਕਿ ਡਿਊਟੀ ਘੱਟ ਹੋ ਜੂਗੀ, ਸੈਸ ਵੱਧ ਜੂਗਾ, ਪਰ ਓਵਰਆਲ ਪ੍ਰਾਈਸਿਸ ਜਿਹੜੀਆਂ ਕੀਮਤਾਂ ਆ ਤੇਲ ਦੀਆਂ, ਡੀਜ਼ਲ ਦੀਆਂ, ਪੈਟਰੋਲ ਦੀਆਂ, ਉਹ ਹੋਰ ਨਹੀਂ ਵਧਣਗੀਆਂ। ਇਹ ਬੜੀ ਰਾਹਤ ਵਾਲੀ ਗੱਲ ਹੀ ਸਮਝੋ। ਇਸੇ ਤਰੀਕੇ ਨਾਲ हाँ जी इसे तरीके नाल गौरव जी ਜਿਹੜੇ एम्पलाई ਸੀਗੇ ਉਹ ਥੋੜੇ ਜਿਹੇ ਜ਼ਰੂਰ ਨਿਰਾਸ਼ ਲੱਗੇ ਆ ਕਿ ਉਹਨਾਂ ਨੂੰ ਕੋਈ ਰਾਹਤ ਨਹੀਂ ਮਿਲੀ। ਤੇ ਮੈਂ ਉਹਨਾਂ ਨੂੰ ਕਹਿਣਾ ਕੋਈ ਇਸ ਗੱਲ ਦੇ ਉੱਤੇ ਹੀ ਰਾਹਤ ਮਹਿਸੂਸ ਕਰਨ ਕਿ ਉਹਨਾਂ ਦੀ ਤਨਖਾਹ ਨਹੀਂ ਕੱਟੀ ਗਈ। ਉਹਦਾ ਕਾਰਨ ਇਹ ਹੈਗਾ ਕਿ ਜੋ ਹਾਲਾਤ ਹੈ, ਤੁਹਾਨੂੰ ਪਤਾ ਪਿੱਛੇ ਸਾਰਿਆਂ ਨੇ ਆਪੋ ਆਪਣੀਆਂ ਤਨਖਾਹਾਂ ਤੇ ਕੱਟ ਲਵਾਇਆ ਸੀ ਕਰੋਨਾ ਦੇ ਦੌਰਾਨ, ਤਾਂ ਕਿ ਅਸੀਂ ਕਿਸੇ ਤਰੀਕੇ ਨਾਲ ਇਸ ਵਕਤ ਨੂੰ ਪਾਰ ਕਰੀਏ। ਤੇ ਜੇ ਉਮੀਦ ਲਾਈ ਬੈਠੇ ਸੀ ਕਿ ਐਤਕੀ ਸਾਨੂੰ ਹੋਰ ਰਾਹਤ ਮਿਲੂਗੀ, ਉਹ ਤੇ ਮੇਰਾ ਖਿਆਲ ਹੈ ਅਸੀਂ ਅਨਐਕਸਪੈਕਟਡ ਆ। ਓਵਰਆਲ ਇਹ ਹੈਗਾ ਕਿ 6.8% GDP ਦਾ ਬਜਟ ਡੈਫੀਸਿਟ ਹੋਊਗਾ। ਜਿਹੜਾ ਕਰੰਟ ਇਸ ਵੇਲੇ ਫਾਈਨੈਂਸ਼ੀਅਲ ਈਅਰ ਚੱਲ ਰਿਹਾ ਆ, ਉਹਦੇ ਵਿੱਚ 9.5% GDP ਦਾ ਬਜਟ ਡੈਫੀਸਿਟ ਸੀ, ਜਿਹੜਾ ਬਹੁਤ ਹਾਈ ਹੁੰਦਾ। 3.5% ਤੋਂ ਜ਼ਿਆਦਾ ਜੇ GDP ਦਾ ਬਜਟ ਡੈਫੀਸਿਟ ਹੋ ਜਾਏ ਤੇ ਉਹ ਕਾਫੀ ਜ਼ਿਆਦਾ ਉਹਨੂੰ ਮੰਨਿਆ ਜਾਂਦਾ। ਇਸ ਕਰਕੇ ਮੇਰਾ ਇਸ ਕਰਕੇ ਮੇਰਾ ਇਹ ਕਹਿਣਾ ਹੈ ਕਿ ਜਿਹੜਾ ਵੀ ਜਿਸ ਤਰ੍ਹਾਂ ਦਾ ਵੀ ਇਹ ਬਜਟ ਆਇਆ ਆ, ਇਹ हाँ जी इन्ने वे ठीक है। और पर ਜਿਹੜਾ सोशल ਵੈਲਫੇਅਰ ਦੀਆਂ ਸਕੀਮਸ ਸੀਗੀਆਂ, ਫਾਰ ਇੰਸਟੈਂਸ ਜਿਹੜੀ ਫੂਡ ਸਬਸਿਡੀ ਸੀਗੀ, ਉਹਦਾ 35-40% ਉਸ ਦੇ ਉੱਤੇ ਕੱਟ ਲੱਗਾ। ਉਹ 4 ਲੱਖ ਕਰੋੜ ਰੁਪਏ ਦੀ ਹੁੰਦੀ ਸੀ, ਉਹ 2 ਲੱਖ ਕੁਝ ਸਮਥਿੰਗ ਕਰੋੜ ਰੁਪਇਆ ਜਿਹੜਾ ਰੱਖਿਆ ਗਿਆ। ਉਹ ਹੋ ਸਕਦਾ ਉਹ ਵੀ ਇਹੀ ਕਾਰਨ ਹੋਵੇ ਕਿ ਪੈਸਾ ਨਹੀਂ ਰੱਖਿਆ ਗਿਆ। ਮਨਰੇਗਾ ਦਾ ਪੈਸਾ ਵੀ 30-35% ਕਿਸਾਨਾਂ ਦੀ ਗੱਲ ਅਸੀਂ ਲਗਾਤਾਰ ਕਰ ਰਹੇ ਹਾਂ। ਸਵੇਰੇ ਤੁਸੀਂ ਨਾਲ ਸੀਗੇ, ਉਸ ਸਮੇਂ ਵੀ ਆਪਾਂ ਕਿਸਾਨਾਂ ਦਾ ਜ਼ਿਕਰ ਕਰ ਰਹੇ ਸੀ। ਇਸ ਵਿਚਾਲੇ ਸਾਡੇ ਨਾਲ ਬੂਟਾ ਸਿੰਘ ਬੁਰਜਗਿੱਲ ਜੀ ਜੁੜ ਰਹੇ ਨੇ, ਕਿਸਾਨ ਆਗੂ ਨੇ, ਤੇ ਸਾਡੇ ਨਾਲ ਗੁਰਜੀਤ ਔਜਲਾ ਜੀ ਵੀ ਜੁੜ ਰਹੇ ਨੇ, ਕਾਂਗਰਸ ਦੇ MP ਨੇ। ਔਜਲਾ ਸਾਹਿਬ ਸਵਾਗਤ ਹੈ, ਬੂਟਾ ਜੀ ਤੁਹਾਡਾ ਵੀ ਸਵਾਗਤ ਹੈ। ਬੂਟਾ ਜੀ ਤੁਹਾਡਾ ਇੱਕ ਰਿਐਕਸ਼ਨ ਚਾਹਾਂਗਾ ਪਹਿਲਾਂ ਕਿ ਕਿਸਾਨਾਂ ਨੂੰ ਜੋ ਉਮੀਦ ਸੀ ਉਸ ਦੇ ਨੇੜੇ ਨਜ਼ਰ ਆਇਆ ਬਜਟ? ठीक है, साडे मेहमान साडे नाल बने हुए ने। मैं इस विचाले अपने दर्शकों दस दूं कि कुछ ही पलों दे विच निर्मला सीतारमण देश के खजाना मंत्री बजट तो बाद लाइव होणगे न्यूज़ 18 दे उत्ते, न्यूज़ 18 पंजाब, हरियाणा, हिमाचल दे उत्ते कुछ ही पलों दे विच।
ਤੇ ਇਸ ਵਿਚਾਲੇ ਅਸੀਂ ਗੱਲਬਾਤ ਦੀ ਕੋਸ਼ਿਸ਼ ਜ਼ਰੂਰ ਕਰ ਰਹੇ ਹਾਂ ਕਿ ਆਮ ਖੇਤਰ ਕਿਵੇਂ ਸੋਚ ਰਹੇ ਨੇ, ਵੱਖ-ਵੱਖ ਖੇਤਰ ਕਿਵੇਂ ਸੋਚ ਰਹੇ ਨੇ ਇਸ ਬਜਟ ਨੂੰ ਲੈ ਕੇ। ਬੂਟਾ ਜੀ, ਮੇਰੀ ਆਵਾਜ਼ ਆ ਰਹੀ ਹੈ ਤੁਹਾਡੇ ਤੱਕ? ਬੂਟਾ ਸਿੰਘ ਜੀ, ਕਰ ਲਾ ਆਵਾਜ਼ ਮਾਰੀ ਜੀ। ਬੂਟਾ ਜੀ, ਆਵਾਜ਼ ਆ ਰਹੀ ਹੈ ਮੇਰੀ? ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਪ੍ਰਾਈਮ ਟਾਈਮ ਦੇ ਵਿੱਚ। ਅੱਜ ਅਸੀਂ ਬਜਟ ਦਾ ਜ਼ਿਕਰ ਕਰ ਰਹੇ ਹਾਂ ਤੇ ਬਜਟ ਦੇ ਵਿਚਾਲੇ ਕੀ ਵਾਕਈ ਕਿਸਾਨਾਂ ਦੇ ਕੇਂਦਰੀ ਤੇ ਬਜਟ ਹੈ, ਇਹ ਸਾਡਾ ਅੱਜ ਦਾ ਸਵਾਲ ਵੀ ਹੈ। ਤੁਸੀਂ ਆਪਣੀ ਰਾਏ ਭੇਜੋ ਤੇ ਇਸ ਵਿਚਾਲੇ ਸਾਡੇ ਮਹਿਮਾਨ ਸਾਡੇ ਨਾਲ ਲਗਾਤਾਰ ਬਣੇ ਹੋਏ ਨੇ। ਸਾਡੇ ਨਾਲ ਬੂਟਾ ਸਿੰਘ ਬੁਰਜਗਿੱਲ ਜੀ ਨੇ, ਪ੍ਰਧਾਨ ਨੇ ਭਾਰਤੀ ਕਿਸਾਨ ਯੂਨੀਅਨ, ਨਾਲ ਰਮਨ ਮਲਿਕ ਜੀ ਨੇ ਜੋ ਕਿ ਬੀਜੇਪੀ ਨੂੰ ਰਿਪਰੈਜ਼ੈਂਟ ਕਰ ਰਹੇ ਨੇ। ਬੂਟਾ ਜੀ, ਜੇਕਰ ਆਵਾਜ਼ ਮੇਰੀ ਪਹੁੰਚ ਰਹੀ ਹੈ ਤੁਹਾਡੇ ਤੱਕ ਤਾਂ ਬਜਟ ਨੂੰ ਲੈ ਕੇ ਤੁਹਾਡਾ ਫਸਟ ਰਿਐਕਸ਼ਨ ਚਾਹਾਂਗੇ। ਕਿਸਾਨ ਜਥੇਬੰਦੀਆਂ ਜੋ ਸੋਚ ਰਹੀਆਂ ਸੀ ਜਾਂ ਜੋ ਉਮੀਦ ਸੀ ਕਿਸਾਨਾਂ ਨੂੰ ਕਿ ਉਸ ਦੇ ਨੇੜੇ ਲੱਗਦਾ ਬਜਟ ਨਜ਼ਰ ਆਇਆ? ਦੇਖੋ ਗੌਰਵ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਪੂਰਾ ਬਜਟ ਸਾਥੋਂ ਦੇਖਿਆ ਨਹੀਂ ਗਿਆ ਕਿ ਕੋਈ ਨੈਟ ਬੰਦ ਕੀਤਾ ਹੋਇਆ ਇੱਥੇ ਦਿੱਲੀ ਦੇ ਵਿੱਚ ਇਹਨਾਂ ਦਾ। ਪਰ ਫਿਰ ਵੀ ਜਿੰਨਾ ਕਿ ਦੇਖਣ ਨੂੰ ਸੁਣਿਆ, ਕੋਈ ਬਜਟਾਂ ਦੇ ਨਾਲੋਂ ਇਹਦਾ ਬਖਰੇਵਾ ਨਹੀਂ ਹੈ। ਜਿਹੜੀ ਜਿਵੇਂ ਪਹਿਲਾਂ ਬਜਟ ਪੇਸ਼ ਹੁੰਦੇ ਆ ਨਾ, ਉਸ ਢੰਗ ਦੇ ਨਾਲ ਇੱਕ ਸਲਾਵਾ ਹੈ। ਦੇਖੋ ਇਹਦੇ ਚ ਕਿਹਾ ਗਿਆ ਹੈ ਕਿ 2022 ਤੱਕ ਆਮਦਨ ਦੁੱਗਣੀ ਕਰ ਦਿਆਂਗੇ। ਜਦ ਤੱਕ ਡਾਕਟਰ ਸਵਾਮੀਨਾਥਨ ਦੀਆਂ ਸਿਫਾਰਸ਼ਾਂ ਮੁਤਾਬਕ 50% ਮੁਨਾਫਾ ਜੋੜ ਕੇ ਜਿੰਸਾਂ ਦਾ ਭਾਅ ਨਹੀਂ ਦਿੱਤਾ ਜਾਂਦਾ ਤਾਂ ਕਿਵੇਂ ਆਮਦਨ ਦੁੱਗਣੀ ਹੋਊਗੀ? ਕੀ ਨੋਟ ਪਾ ਦੇਣਗੇ ਖਾਤਿਆਂ ਦੇ ਵਿੱਚ ਇਹ, ਜਾਂ ਸੱਤ ਪਾੜ ਕੇ ਛੱਡ ਦੇਣਗੇ ਕਿ ਆਮਦਨ ਦੁੱਗਣੀ ਹੋਗੀ? ਕੋਈ ਨੀਤੀ ਹੁੰਦੀ ਹੈ, ਕੋਈ ਪਾਲਿਸੀ ਹੁੰਦੀ ਆ, ਉਹਦੇ ਤਹਿਤ ਮਤਲਬ ਆਮਦਨ ਵਧਣੀ ਹੁੰਦੀ ਹੈ। ਇਹ ਖੇਤੀ ਹੈ, ਦੇਖੋ ਖੇਤੀ ਤਾਂ ਜਿੰਸਾਂ ਦੇ ਨਾਲ ਜੁੜੀ ਹੋਈ ਹੈ। ਅਗਰ ਜਿੰਸਾਂ ਦਾ ਭਾਅ ਪੂਰਾ ਨਹੀਂ ਮਿਲਦਾ, ਮੈਂ ਤਾਂ ਕਹਿੰਦਾ ਜਿਹੜਾ ਇਹਨਾਂ ਨੇ ਕਿਹਾ ਕਿ ਲਾਗਤ ਕੀਮਤ ਨਾਲੋਂ 1.5 ਗੁਣਾ ਮਤਲਬ ਉਹਨਾਂ ਨੂੰ ਭਾਅ ਮਿਲੂਗਾ, ਇਹ ਸਲਾਵੇ ਤੋਂ ਬਿਨਾਂ ਹੋਰ ਕੱਖ ਨਹੀਂ ਹੈ। ਇਹ ਇਹਨਾਂ ਦਾ ਫਾਰਮੂਲੇ ਦਾ ਨਹੀਂ ਸਾਨੂੰ ਅੱਜ ਤੱਕ ਇਹ ਦੱਸ ਸਕੇ ਕਿ ਲਾਗਤ ਨਾਲੋਂ 1.5 ਗੁਣਾ ਕਿਵੇਂ ਦੇ ਰਹੇ ਆ। ਡਾਕਟਰ ਸਵਾਮੀਨਾਥਨ ਦੀ ਸਿਫਾਰਸ਼ਾਂ ਮੁਤਾਬਕ ਅੱਜ ਕਣਕ ਦਾ ਭਾਅ ਜਾਂ ਝੋਨੇ ਦਾ ਭਾਅ 3000 ਰੁਪਇਆ ਕੁਇੰਟਲ ਹੋਣਾ ਚਾਹੀਦਾ ਤੇ ਮਿਲ ਰਿਹਾ 1800 ਰੁਪਇਆ। ਇਹ 1800 ਰੁਪਏ ਨੂੰ ਵੀ 1.5 ਗੁਣਾ ਕਹਿ ਰਿਹਾ ਹੈ। ਇਹ ਕਿਹੜਾ ਫਾਰਮੂਲਾ ਇਹਨਾਂ ਕੋਲੇ? ਜਦੋਂ ਫਸਲਾਂ ਦਾ ਭਾਅ ਤੈਅ ਹੁੰਦਾ ਹੈ, ਕਈ ਵਾਰ ਸਾਡੇ ਜਿਹੜਾ ਲਾਗਤ ਤੇ ਕੀਮਤ ਕਮਿਸ਼ਨ ਆ ਉਹਦੇ ਨਾਲ ਬਹਿਸ ਵੀ ਹੋਈ ਹੈ। ਮੈਂ ਤੁਹਾਨੂੰ 2-3 ਪੁਆਇੰਟ ਪੁੱਛਦਾ। ਦਰਅਸਲ ਕੀ ਹੈ ਕਿ ਖੇਤੀ ਕਾਨੂੰਨਾਂ ਦੇ ਵਿਚਾਲੇ ਸਭ ਤੋਂ ਵੱਧ ਦੋ ਚੀਜ਼ਾਂ ਦਾ ਅਹਿਮ ਜੀ ਮੈਂ ਸਵਾਲ ਕਰ ਰਿਹਾ ਤਾਂ ਆਮ ਐਵਰੇਜ ਉਹਦੀ 45000 ਰੁਪਇਆ ਕਿੱਲਾ ਪੈਂਦੀ ਹੈ ਤੇ ਜੀ ਬੂਟਾ ਜੀ ਆਵਾਜ਼ ਆ ਰਹੀ ਹੈ ਮੇਰੀ? ਤੁਹਾਡਾ ਲਾਗਤ ਤੈਅ ਕਰਦੇ ਤਾਂ ਉਹਦੇ ਚ 15000 ਰੁਪਇਆ ਪਾਈ ਜਾਂਦੀ ਹੈ। ਇਹ ਕਿਵੇਂ ਮਤਲਬ ਆਮਦਨ ਦੁੱਗਣੀ ਹੋਊਗੀ? ਸਮਝਾਵੇ ਤਾਂ ਸਹੀ ਸਾਨੂੰ ਕੋਈ। ਇਹ ਕੱਲੀਆਂ ਗੱਲਾਂ ਨਾਲ ਨਹੀਂ। ਆਪਾਂ ਗੱਲ ਕਰਦੇ ਹਾਂ। ਬੂਟਾ ਜੀ, ਮੇਰੀ ਆਵਾਜ਼ ਆ ਰਹੀ ਹੈ ਤੁਹਾਡੇ ਤੱਕ? ਲੱਗ ਰਿਹਾ ਉਹਨਾਂ ਤੱਕ ਆਵਾਜ਼ ਵੀ ਨਹੀਂ ਪਹੁੰਚ ਰਹੀ। ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਤੱਕ ਆਵਾਜ਼ ਪਹੁੰਚੇ, ਉਹ ਵੀ ਜਾਣ ਸਕਣ ਕਿ ਕੀ ਕੁਝ ਸਵਾਲ ਨੇ ਤੇ ਦੂਜੇ ਪਾਸੇ ਬੀਜੇਪੀ ਦੇ ਆਗੂ ਕੀ ਕਹਿੰਦੇ ਨੇ। ਰਮਨ ਮਲਿਕ ਜੀ ਦਾ ਮੈਂ ਰੁਕ ਕਰਦਾ। ਮਲਿਕ ਜੀ, ਸਮਝਾਓ ਕਿਸਾਨਾਂ ਨੂੰ। ਬਜਟ ਦਾ ਜ਼ਿਕਰ ਹੋ ਗਿਆ ਹੈ 1.5 ਗੁਣਾ ਲਾਗਤ ਤੋਂ। ਉਹ ਕਹਿ ਰਹੇ ਨੇ ਕਿ ਸਾਨੂੰ ਤਾਂ ਫਾਰਮੂਲਾ ਹੀ ਸਮਝ ਨਹੀਂ ਆਉਂਦਾ, ਕਿਵੇਂ 2022 ਤੱਕ ਤੁਸੀਂ ਸਾਨੂੰ ਡਬਲ ਇਨਕਮ ਕਰਕੇ ਦੇ ਦੋਗੇ? 2022 ਚ ਜ਼ਿਆਦਾ ਸਮਾਂ ਤਾਂ ਹੈ ਨਹੀਂ। ਦੇਖੋ, ਜ਼ਮੀਨ ਉਨੀ ਹੈ ਜਿੰਨੀ ਪਹਿਲੇ ਸੀਗੀ 2013 ਚ। ਉਪਜ ਅੰਦਾਜ਼ਨ ਲਗਭਗ ਕੋਈ 19 ਹੈ ਜਿੰਨੀ 2013 ਦੇ ਵਿੱਚ ਸੀਗੀ ਜੀ। ਉਹ ਜ਼ਮੀਨ ਤੇ ਵੱਧ ਨਹੀਂ ਗਈ ਨਾ, ਹਿੰਦੁਸਤਾਨ ਦੀ ਜ਼ਮੀਨ ਤੇ 19 ਰਹੇਗੀ। ਤੇ ਅਗਰ ਜੇ 2013 ਦੇ ਵਿੱਚ ਲਗਭਗ 33000 ਜਾਂ 34000 ਕਰੋੜ ਦੀ ਕਣਕ ਖਰੀਦੀ ਜਾਂਦੀ ਸੀ ਤੇ ਅੱਜ 75000 ਦੀ ਖਰੀਦੀ ਜਾਂਦੀ ਹੈ, ਤੇ ਉਹ ਕਿੱਥੇ ਆਈ? ਮਤਲਬ ਉਹ ਕੋਈ ਸੁਰਖਾਬ ਦੇ ਉਹਦੇ ਪਰ ਲੱਗ ਗਏ ਜਾਂ ਵੱਖਰੀ ਬਣ ਗਈ ਕਣਕ? ਇੱਕ ਖੇਤ ਤੇ 2 ਲੈਵਲ 'ਚ ਲੱਗਣ ਲੱਗ ਗਈ। ਇਹ MSP ਵਧਣ ਦੇ ਨਾਲ, ਇਹ ਪਰਚੇਜ਼ ਵਧਣ ਦੇ ਨਾਲ ਹੀ ਕੰਮ ਹੋਇਆ ਨਾ। ਜਿਵੇਂ ਕਣਕ ਦੇ ਬਾਅਦ ਅਸੀਂ ਜੀਰੀ ਦੀ ਗੱਲ ਕਰੀਏ ਤੇ ਉਹ 34000 ਕਰੋੜ ਦੀ ਖਰੀਦੀ ਗਈ ਸੀ 2013-14 ਦੇ ਵਿੱਚ। ਹੁਣ 2020-21 ਦੇ ਵਿੱਚ 1,72,000 ਕਰੋੜ ਤੋਂ ਉੱਤੇ 1,73,000 ਕਰੋੜ ਦੇ ਨੇੜੇ ਪਾਸੇ ਖਰੀਦੀ ਗਈ। ਤੇ ਉਹੀ ਲੌਜਿਕ ਮੈਂ ਪੁੱਛਦਾ, ਕੋਈ 2 टायर ਦੇ ਵਿੱਚ फर्स्ट फ्लोर और सेकंड फ्लोर पे एग्रीकल्चर तो नहीं हो रहा, वो तो वो उसी जमीन पर है। उल्टे जो इंडस्ट्री, रोड, जो कॉलोनियां कटती हैं, जमीन कम ही होती है, बढ़ती तो है नहीं। ठीक है, तो बात एक तो ये जी। दूसरी चीज जो सबसे बड़ी बात कि 16,500 करोड़ रुपए जैसे आप भी बता रहे थे एग्रीकल्चर लोन के लिए रखा जी। दूसरी चीज स्वामित्व स्कीम जो थी वो भी चालू करी। अब आप आ जाओ जो पहले 3
खेतियां होती थी आलू प्याज और टमाटर की, उसके अलावा 22 खेतियों को हमने आगे एक्सपोर्ट के लिए भी और वो भावांतर के लिए भी लाए। मलिक जी एक एक दो दो पॉइंट करके, वो सारे इकट्ठे आएंगे तो मैं जवाब नहीं ले पाऊंगा, मैं जवाब नहीं ले पाऊंगा। एक छोटा सा, चलिए कंप्लीट कर पॉइंट दूंगा। जी जी। एक बहुत बड़ी शंका इस कानून के साथ ये लगाई जा रही थी कि मंडियां खत्म हो जाएंगी, यही बात तो बोली जा रही थी ना। मैं आज ये पूछता हूं कि इस बजट में जहां ये कहा गया कि मंडियों को फाइनेंस करने के लिए उसको दूसरे मैकेनिज्म के अंदर लेके मंडियों को, एपीएमसी मंडियों को फाइनेंस करना शुरू कर देगी केंद्र सरकार, उसके लिए मैकेनिज्म तैयार कर दिया, तो ये क्या दिखाता है कि मंडियां बंद होंगी? ठीक है, चलो पर रिएक्शन ले लिया सर, मैं एक करके रिएक्शन लेना, ਤੁਸੀਂ ਸਾਡੇ ਨਾਲ ਬਣੇ ਰਹੋ, ਮੈਂ ਇਹ ਸਵਾਲ ਸਾਰੇ ਕਰਨੇ ਨੇ। ਬੂਟਾ ਜੀ ਸਾਡੇ ਨਾਲ ਨੇ। ਬੂਟਾ ਜੀ ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਐਮਐਸਪੀ ਵਾਲੇ ਇਸ਼ੂ ਦੇ ਉੱਤੇ ਆਵਾਂ। ਬੀਜੇਪੀ ਦਾਅਵਾ ਕਰ ਰਹੀ ਹੈ ਕਿ ਐਮਐਸਪੀ ਨੂੰ ਲੈ ਕੇ ਬਹੁਤ ਤਰ੍ਹਾਂ ਦੇ ਖਦਸ਼ੇ ਖੇਤੀ ਕਾਨੂੰਨਾਂ ਤੋਂ ਬਾਅਦ ਕਿਸਾਨ ਜਤਾ ਰਹੇ ਨੇ, ਪਰ ਐਮਐਸਪੀ ਨੂੰ ਲੈ ਕੇ ਬਜਟ 'ਚ ਜ਼ਿਕਰ ਸੀ 75000 ਕਰੋੜ ਦਾ ਕਣਕ ਲਈ, 1,72,73,000 ਕਰੋੜ ਦਾ ਝੋਨੇ ਦੇ ਲਈ। ਉਹ ਕਹਿ ਰਹੇ ਨੇ ਕਿ ਦੇਖੋ ਅਸੀਂ ਤਾਂ ਇੰਨਾ ਪੈਸਾ ਦੇ ਰਹੇ ਹਾਂ ਕਿ ਤੁਸੀਂ ਐਮਐਸਪੀ ਨੂੰ ਲੈ ਕੇ ਚਿੰਤਾ ਜਿਹੜੀ ਕਰ ਰਹੇ ਹੋ ਕਰਨ ਦੀ ਜ਼ਰੂਰਤ ਨਹੀਂ ਹੈ। 2013 ਤੋਂ ਲੈ ਕੇ 2020 ਤੱਕ ਬਹੁਤ ਪੈਸਾ ਅਸੀਂ ਦਿੱਤਾ ਹੈ ਐਮਐਸਪੀ ਤੇ ਕਣਕ ਜਾਂ ਝੋਨਾ ਖਰੀਦਣ ਦੇ ਲਈ, ਹੋਰ ਵੀ ਵੱਧ ਕੇ ਦੇਣਗੇ ਜੀ ਅੱਗੇ ਵੀ। ਬੂਟਾ ਜੀ। ਗੌਰਵ ਜੀ ਮੈਨੂੰ ਇੱਕ ਗੱਲ ਦੱਸੋ, ਜਾਂ ਇਹ ਭਾਰਤੀ ਜਨਤਾ ਪਾਰਟੀ ਵਾਲੇ ਦੱਸਣ ਕਿ ਅਸੀਂ ਤਾਂ ਇਸ ਸਿਸਟਮ ਨੂੰ ਠੀਕ ਸਮਝਦੇ ਹਾਂ ਕਿ ਜਿਵੇਂ ਸਿਸਟਮ ਚੱਲੀ ਜਾਂਦਾ ਮੰਡੀਆਂ ਦਾ, ਇਹ ਚੱਲੀ ਜਾਵੇ, ਇਹਨਾਂ ਨੂੰ ਕਾਨੂੰਨ ਬਣਾਉਣ ਦੀ ਕੀ ਲੋੜ ਪੈਗੀ ਕਿ ਦੂਰੀਆਂ ਮੰਡੀਆਂ ਦਾ ਕਾਨੂੰਨ ਬਣਾਉਣਾ? ਅਸੀਂ ਇਹਨੂੰ ਠੀਕ ਮੰਨ ਰਹੇ ਹਾਂ ਜੋ ਕੁਛ ਇਹ ਕਹਿ ਰਹੇ ਆ, ਅਸੀਂ ਕਹਿੰਦੇ ਕਿ ਐਵੇਂ ਹੀ ਚੱਲਦਾ ਰਹਿਣਾ ਚਾਹੀਦਾ। ਇਹ ਕਾਨੂੰਨ ਕਾਹਦੇ ਲਈ ਬਣਾ ਰਹੇ ਇਹ ਸਮਝਾਉਣ ਨਾ ਸਾਨੂੰ। ਕਿਸਾਨ ਤਾਂ ਮੰਗ ਹੀ ਨਹੀਂ ਕਰ ਰਹੇ ਹੋਰ ਕੋਈ, ਅਸੀਂ ਮੰਗ ਕਰਦੇ ਹਾਂ ਕਿ ਫਸਲਾਂ ਦਾ ਜਿਹੜਾ ਰੇਟ ਹੈ ਉਹ ਡਾਕਟਰ ਸਵਾਮੀਨਾਥਨ ਦੀਆਂ ਸਿਫਾਰਸ਼ਾਂ ਮੁਤਾਬਕ ਹੋਵੇ, ਤੇ ਜੇ ਇਹਨਾਂ ਨੇ ਐਮਐਸਪੀ ਦੇਈ ਜਾਣੀ ਹੈ ਤੇ ਲੀਗਲ ਬਣਾਉਣ ਦਾ ਭਲਾ ਇਹਨਾਂ ਨੂੰ ਕੀ ਡਰ ਹੈ? ਕਿਉਂ ਨਹੀਂ ਬਣਾਉਂਦੇ ਕਾਨੂੰਨੀ? ਇਹ ਤਾਂ ਕਾਨੂੰਨ ਇਹਦਾ ਠੀਕ ਹੈ, ਨਹੀਂ ਵੈਲਿਡ ਪੁਆਇੰਟ ਹੈ, ਵੈਲਿਡ ਪੁਆਇੰਟ ਹੈ। ਖਤਰਾ ਕਰਦੇ ਇਹਨਾਂ ਨੂੰ। ਜੀ 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 ਰਮਨ ਜੀ, ਜਿਹੜਾ ਤੁਸੀਂ ਕਹਿ ਰਹੇ ਹੋ ਝੋਨੇ ਜਾਂ ਕਣਕ ਦੇ ਉੱਤੇ, ਤਾਂ ਕਹਿ ਰਹੇ ਕਿ ਠੀਕ ਹੈ ਅਸੀਂ ਹੈਪੀ ਹਾਂ, ਸਾਨੂੰ ਨਹੀਂ ਚਾਹੀਦਾ ਨਵਾਂ ਕਾਨੂੰਨ। ਇੱਕ ਮਿੰਟ ਜੀ ਜੀ। ਬੂਟਾ ਸਿੰਘ ਜੀ ਨੂੰ ਮੈਂ ਦੋ ਤਿੰਨ ਚੀਜ਼ਾਂ ਦੱਸ ਦਿਆਂ ਕਿ ਪਹਿਲੀ ਚੀਜ਼, ਉਹਨਾਂ ਨੂੰ ਪਤਾ ਨਹੀਂ ਪਤਾ ਹੋ ਜਾਂ ਨਾ ਹੋ, ਸਵਾਮੀਨਾਥਨ ਆਯੋਗ ਦੀ ਕਮਿਸ਼ਨ ਦੀ ਰਿਪੋਰਟ ਮੈਂ ਪੜ੍ਹੀ ਹੈ ਔਰ ਮੈਂ ਪੂਰਾ ਸਾਲ ਲਾਇਆ ਉਹਦੇ ਉੱਤੇ, ਕਿਉਂਕਿ 9000 ਪੇਜ ਦੀ ਰਿਪੋਰਟ ਹੈਗੀ, ਉਹ 9000 ਪੇਜਾਂ ਦੀ ਰਿਪੋर्ट है, ਤੇ ਉਹਦੇ ਵਿੱਚ 99.99% एक C2 वाले को छोड़ के बाकी सब कुछ ऑलमोस्ट इंप्लीमेंट हो चुका हुआ है। ये एक फैक्ट है, स्वामीनाथन जी खुद बोल चुके। नंबर 1। नंबर 2, जो बात आप बोल रहे हो हमारे को यही ठीक है, आप क्यों ला रहे हो? भाई कानून लाना ना लाना ये सरकार का दायित्व है या आपका दायित्व नहीं है। आपको अगर ये कानून नहीं ठीक लगता है आप इसमें मत ट्रेड करो, ये तो ट्रेडिंग के कानून है, कोई एपीएमसी एक्ट नहीं है। ये एपीएमसी एक्ट बिल्कुल अलग है, उसकी बात हम कर ही नहीं रहे हैं। एपीएमसी एक्ट को कोई नहीं छेड़ रहा, हमने तो सिंपल ये बोला कि जो लोग करारबद्ध खेती करते हैं उनके लिए, जो कॉन्ट्रैक्ट फार्मिंग करने लगेंगे उनके लिए, आप मत करो जी। किसी आपने हाथ फाड़ करके थोड़ी करानी है जी। ठीक है, मैं जवाब ले ला बूटा जी। और एक बीजेपी मंडी की बात है वो भी इनसे पूछो जी। इनसे एक चीज ये भी पूछो कि अगर हमने आज फाइनेंस एक कमीशन सा बना के मंडियों को हम फाइनेंस देने के लिए भी तैयार हो रहे हैं केंद्र सरकार, तो वो क्यों करें अगर हमने मंडियां बंद करानी होंगी? ठीक है बूटा जी, देखो मंडियां ते एमएसपी ਨੂੰ ਲੈ ਕੇ ਸਭ ਤੋਂ ਵੱਧ ਰੇਟ ਹੈ ਤੇ ਉਹ ਕਹਿ ਰਹੇ ਨੇ ਏਪੀਐਮਸੀ ਨੂੰ ਜਿਹੜੀਆਂ ਮੰਡੀਆਂ ਹੈਗੀਆਂ ਉਹਨਾਂ ਨੂੰ ਤਾਂ ਅਸੀਂ ਫੰਡ ਦੇ ਰਹੇ ਹਾਂ, ਬਜਟ ਦੇ ਵਿੱਚ ਉਸ ਦੀਆਂ ਤਜਵੀਜ਼ਾਂ ਨੇ। ਉਹ ਕਹਿ ਰਹੇ ਨੇ ਕਿ ਬਜਟ ਦਿਖਾ ਰਿਹਾ ਹੈ ਕਿ एपीएमसी खत्म नहीं ਅਸੀਂ ਕਰ ਰਹੇ, ਮੰਡੀਆਂ ਅਸੀਂ ਖਤਮ ਨਹੀਂ ਕਰ ਰਹੇ ਸਿਸਟਮ। ਤੇ ਦੂਜਾ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਤੁਹਾਡੇ ਕੋਲ ਆਪਸ਼ਨ ਹੈ ਕਿ ਤੁਸੀਂ ਮੌਜੂਦਾ ਮੰਡੀ 'ਚ ਜਾਓ ਜਾਂ ਨਵੀਂ ਮੰਡੀ 'ਚ ਜਾਓ। ਦੇਖੋ ਜਿਹੜੀ ਸਰਕਾਰੀ ਮੰਡੀ ਹੈ ਉਹ ਬਿਨਾ ਉਹਦੇ ਵਿੱਚ ਟੈਕਸ ਲੱਗੂਗਾ, 155 ਰੁਪਏ ਕਣਕ ਤੇ ਲੱਗ ਜਾਂਦੇ ਆ ਤੇ 160-65 ਰੁਪਏ ਝੋਨੇ ਤੇ ਲੱਗ ਜਾਂਦੇ ਆ। ਜਿਹੜੀ ਖੁੱਲੀ ਮੰਡੀ ਹੋਊਗੀ ਉਹ ਬਿਨਾ ਟੈਕਸ ਤੋਂ ਹੋਊਗੀ। ਭਲਾ ਇਹ ਕਿਵੇਂ ਮਤਲਬ ਦਾ ਮੁਕਾਬਲਾ ਹੋਊਗਾ ਇਹ ਦੱਸਣਗਾ ਇਸ ਗੱਲ ਦਾ। ਦੂਰੀ ਮੰਡੀ ਦੀ ਲੋੜ ਕੀ ਹੈ? ਹੁਣ ਵੀ ਚੱਲਦਾ ਜੇ ਕਿਸੇ ਨੇ ਪ੍ਰਾਈਵੇਟ ਖਰੀਦ ਕਰਨੀ ਹੈ ਤਾਂ ਸਰਕਾਰੀ ਮੰਡੀਆਂ ਵਿੱਚ ਆ ਕੇ ਕਿਉਂ ਨਹੀਂ ਕੀਤੀ ਜਾ ਸਕਦੀ? ਕਰ ਰਹੇ ਆ ਉਹ। ਹੋਰ ਮੰਡੀਆਂ ਦੀ ਕੀ ਲੋੜ ਹੈ? ਇਹ ਸਿਰਫ ਅੰਡਾਨੀ ਅਬਾਨੀ ਜਿਹੜੇ ਕਾਰਪੋਰੇਟ ਘਰਾਣੇ ਆ ਸਾਰੀ ਖੇਤੀ ਉਹਨਾਂ ਨੂੰ ਸੌਂਪਣ ਜਾ ਰਹੇ ਆ, ਸੌਂਪਣ ਜਾ ਰਹੇ ਆ। ਬੂਟਾ ਸਿੰਘ ਜੀ ਦੂਜੇ ਪਾਸੇ ਇੱਕ ਹੋਰ ਸਾਬ ਉਹਨਾਂ ਨੇ ਦਿੱਤਾ
ਕਿ 1000 ਮੰਡੀ ਹੋਰ ਵਧਾ ਬੂਟਾ ਦੇਣਗੇ। ਸਿੰਘ ਜੀ ਹੱਥ ਜੋੜ ਕੇ ਬੇਨਤੀ ਹੈ, ਭਾਰਤ ਦੇ ਕਿੰਨੇ ਪਿੰਡ ਨੇ? 12,500 ਤਾਂ ਪਿੰਡ ਦਾ ਬੂਟਾ ਸਿੰਘ ਜੀ ਹੱਥ ਜੋੜ ਕੇ ਬੇਨਤੀ ਕਰ ਰਹੇ 1000 ਕਿੱਲੇ ਪੰਜਾਬ 'ਚ ਵੀ ਵਧਾ ਦਿਓ, ਇਹਦੇ ਨਾਲ ਕੀ ਫਰਕ झूठ ਪਊਗਾ? ना बोलो बूटा सिंह जी, ਜੀ बूटा सिंह जी झूठ ना बोलो। ਝੂਠ ਤਾਂ ਬੀਜੇਪੀ ਵਾਲੇ ਬੋਲਦੇ ਆ, ਅਸੀਂ ਕਿੱਥੇ ਝੂਠ ਪ੍ਰੋਬਲਮ ਹੈ ਤੁਹਾਨੂੰ? ਕਿਹੜੀ ਰਮਨ ਜੀ ਪ੍ਰੋਬਲਮ ਕਿਹੜੀ ਗੱਲ ਤੋਂ ਹੈ? ਲਗਾਤਾਰ। ਬੂਟਾ ਜੀ ਜੋ ਜ਼ਿਕਰ ਕਰ ਰਹੇ ਨੇ ਕਿੱਥੋਂ ਪ੍ਰੋਬਲਮ ਹੈ ਤੁਹਾਨੂੰ? एक ਸਾਰੇ मिनट ਭਾਰਤ ਦੇ ਲੋਕ जी, जी, ਬਾਰਡਰਾਂ रमन ਤੇ जी, ਬੈਠੇ, ਅੱਜ रमन जी। ਤੁਸੀਂ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ। प्रधानमंत्री तक लेकर रमन जी। कृषि मंत्री और प्रधानमंत्री दोनों ये बोल चुके हैं, जी। जो सिफारिशें हैं, जो हम एक बारी ये कह चुके हैं कि हम डेफरमेंट भी और चीजें प्राइवेट मंडी के ऊपर टैक्स लगाना है या वो है, हम उन सब चीजों के लिए जिन जिन के लिए हामी भर चुके हैं उन पे कंटिन्यू रहेंगे। तो ये बोलना कि जी हमारे को वहां तो टैक्स लगेगा और वहां नहीं लगेगा और ये होगा, ये झूठ ना फैलाएं बूटा सिंह जी। जी देखिए सरकार बहुत क्लियरली बोल चुकी है कि हाँ, जो नहीं बोलते बातें जी। सरकार ने मान मैं ली नहीं हैं झूठ आपकी। बोलता, ਤੁਹਾਡਾ ਕਾਨੂੰਨ ਕਹਿੰਦਾ ਹੈ। देखो जो सरकार एक मिनट ਮੈਂ ਨਹੀਂ सरकार ਬੋਲਦਾ, ने ਜਿਹੜਾ ਤੁਹਾਡਾ आपकी ਕਾਨੂੰਨ ਆ बातों ਉਹ को ਕਹਿੰਦਾ मान ਉਹਦੇ लिया, ਵਿੱਚ उससे ਦੋ मंडियां पीछे ਦੀ नहीं ਵਿਵਸਥਾ हट रही। ਕੀਤੀ ਹੋਈ ਹੈ। जी सर ऐसे तो पंजाब का एपीएमसी एक्ट भी ਝੂਠ कहता ਮੈਂ है ਨਹੀਂ ਬੋਲਦਾ, ਤੁਹਾਡਾ ਕਾਨੂੰਨ ਬੋਲ ਰਿਹਾ ਹੈ। ਤੁਹਾਡਾ ਕਾਨੂੰਨ ਕਹਿ ਰਿਹਾ ਹੈ ਕਿ ਦੋ ਮੰਡੀਆਂ आप पढ़ ਹੋਣਗੀਆਂ। लो पॉइंट ਇੱਕ नंबर ਮੰਡੀ ਦੇ 8 ਵਿੱਚ ठीक है, ਟੈਕਸ रिएक्शन ਹੋਊਗਾ, लेना ਦੂਜੀ ਮੰਡੀ 'ਚ ਨਹੀਂ ਟੈਕਸ ਹੋਊਗਾ। ਖੁੱਲੀ जी ਮੰਡੀ जी ਦੇ रमन जी ਵਿੱਚ। थोड़ा होल्ड करो, एक बार ਆਪਾਂ ਬੂਟਾ ਜੀ ਨੂੰ ਸੁਣ ਲਈ, ਉਹਨਾਂ ਦੀ ਕੰਪਲੀਟ ਕਰ ਲਈ ਗੱਲ। ਬੂਟਾ ਜੀ ਮੈਂ ਇਹ ਗੱਲ ਕਹਿ ਰਿਹਾ ਕਿ ਝੂਠ ਮੈਂ ਨਹੀਂ ਬੋਲਦਾ। ਝੂਠ ਤਾਂ ਇਹਨਾਂ ਦਾ ਜੀ। ਜਿਹੜਾ ਕਾਨੂੰਨ ਹੈ ਉਹਦੇ ਵਿੱਚ ਲਿਖਿਆ ਹੋਇਆ ਹੈ ਕਿ ਦੋ ਮੰਡੀਆਂ ਹੋਣਗੀਆਂ। ਜਿਹੜੀ ਸਰਕਾਰੀ ਮੰਡੀ ਆ ਉਹਦੇ 'ਚ ਟੈਕਸ ਹੋਊਗਾ, ਜਿਹੜੀ ਖੁੱਲੀ ਮੰਡੀ ਆ ਉਹਦੇ ਵਿੱਚ ਟੈਕਸ ਨਹੀਂ ਹੋਊਗਾ। ਇਹਦੇ 'ਚ ਝੂਠ ਕੀ ਹੈ? तो ਠੀਕ ਹੈ तुसी ਬੂਟਾ ਜੀ पुरानी ਆਖਰੀ गल कर रहे ਆਖਰੀ हो ना। ਰਿਐਕਸ਼ਨ ਬਜਟ ਨੂੰ ਲੈ ਕੇ ਦੇ ਦਿਓ, ਕਿਉਂਕਿ ਆਪਾਂ ਕਾਨੂੰਨ ਦੇ ਉੱਤੇ ਪਹਿਲਾਂ ਵੀ ਬੜੀ ਚਰਚਾ ਕਰ ਚੁੱਕੇ ਹਾਂ। ਬਜਟ ਤੁਹਾਨੂੰ ਲੱਗਦਾ ਕਿ ਜਿਵੇਂ ਦੀ ਥੋੜੀ ਬਹੁਤ ਉਮੀਦ ਸੀ ਉਸ ਤਰੀਕੇ ਨਾਲ ਉਸ ਪਟੜੀ ਦੇ ਉੱਤੇ ਦੌੜਦਾ ਨਜ਼ਰ ਆਇਆ ਬਜਟ ਕਿਸਾਨਾਂ ਦੇ ਲਈ? ਦੇਖੋ ਗੌਰਵ ਜੀ, ਕਿਸਾਨ ਕੁਝ ਹੋਰ ਮੰਗਦੇ ਆ, ਇਹ ਦਿੰਦੇ ਕੁਝ ਹੋਰ ਆ। ਅਸੀਂ ਤਾਂ ਮੰਗ ਕਰਦੇ ਆ ਜੀ। ਕਿ ਜਿਵੇਂ ਰੇਲਵੇ ਦਾ ਬਜਟ ਹੁੰਦਾ ਨਾ, ਖੇਤੀ ਖੇਤਰ ਦਾ ਵੱਖਰਾ ਜੀ। ਬਜਟ ਹੋਣਾ ਚਾਹੀਦਾ ਹੈ। ਉਹਦੇ ਲਈ ਕਿੰਨਾ ਫੰਡ ਇਹਨਾਂ ਨੇ ਰੱਖਿਆ ਹੈ, ਫੇਰ ਜਾ ਕੇ ਉਹਦੇ 'ਚ ਕੁਝ ਬਣ ਸਕਦਾ। ਉਹਦਾ ਮੂੰਹ ਮੱਥਾ ਇਸ ਢੰਗ ਨਾਲ ਜੀ, ਜਿਹੜਾ ਜੀ। ਸਲਾਵਾ ਦਿੱਤਾ ਜਾ ਰਿਹਾ ਨਾ, ਇਹਨੂੰ ਅਸੀਂ ਵਾਹ। ਬਿਲਕੁਲ ਠੀਕ ਨਹੀਂ ਮੰਨਦੇ ਹਾਂ। मतलब पहले ਤੇ रेल ਆਮਦਨ बजट ਦੁੱਗਣੀ अलग ਹੋ आता था, अब खेती ਸਾਲ ਇੱਕ बजट ਰਹਿ ਗਿਆ, अलग है। ਫਸਲਾਂ ਦੋ ਰਹਿ ਗਈਆਂ, ਕਿਵੇਂ ਦੁੱਗਣੀ ਕਰਨਗੇ? ਮੈਨੂੰ ਸਮਝਾਓ जी। ਤਾਂ ਸਹੀ ਇਹ। ठीक है 20 सेकंड्स हैं सर, मेरे पास समय खत्म हो चला है। रमन जी एक फाइनल कमेंट आपका, जो आप दे रहे हैं वो चाहते नहीं, जो चाहते हैं वो देते नहीं। सर ऐसा है, जो ये चाह रहे हैं वो हम दे चुके हैं, जो इनको नहीं चाहिए लेकिन दूसरों को चाहिए वो भी हमको देना है, वो हम ही को देना है, वो इनको नहीं देना है। ये अपनी जेब से उस आदमी को नहीं देंगे जो फांसी लटका खा के अपना कुएं में लटक गया हुआ था, ये जी। उनको नहीं देंगे। ये अपनी फॉर्च्यूनर में घूमेंगे। तो मेरा कहना इतना सा, आप अपनी फॉर्च्यूनर में घूमिए, मस्त रहिए, लेकिन हमको उनको भी सेवा करनी है जिनके बच्चे के पास पांव में चप्पल नहीं ठीक है। है, तो ठीक है। आप हमको अपना काम करने दीजिए। चलिए आप अपना ठीक है काम सर, करिए। शुक्रिया। मैं माफी चाहूंगा, आपको बीच में रोक रहा हूं, मेरे पास समय खत्म हो चला है। शुक्रिया, धन्यवाद हमारे साथ जुड़ने के लिए। बूटा जी ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਦੇਖੋ ਕਿਸਾਨਾਂ ਨੇ ਬੜਾ ਕਲੀਅਰ, ਬੂਟਾ ਜੀ ਨੇ ਬੜੀ ਕਲੀਅਰ ਗੱਲ ਕਹੀ ਹੈ ਕਿ ਅਸੀਂ ਜੋ ਚਾਹੁੰਦੇ ਆ ਸਰਕਾਰ ਨਹੀਂ ਦੇ ਰਹੀ। ਖੈਰ ਬਜਟ ਦੇ ਵਿੱਚ ਕੀ ਵਾਕਈ ਜੋ ਤਜਵੀਜ਼ਾਂ ਜਾਂ ਐਲਾਨ ਜੋ ਹੈਗੇ ਨੇ ਉਹ ਇੰਪੈਕਟ ਕਰਨਗੇ ਕਿਸਾਨਾਂ ਨੂੰ, ਕਿਸਾਨੀ ਨੂੰ ਜਾਂ ਖੇਤੀ ਸੈਕਟਰ ਨੂੰ, ਕਿ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਕਦੋਂ ਕਰਨਗੇ, ਕਿਵੇਂ ਫਾਇਦਾ ਪਹੁੰਚੇਗਾ, ਕਿਉਂਕਿ ਸਰਕਾਰ ਦਾ ਦਾਅਵਾ ਇਹੀ ਹੈ ਕਿ ਕਿਸਾਨ ਕੇਂਦਰਿਤ ਹੈ ਤੇ ਕਿਸਾਨਾਂ ਨੂੰ ਇਸ ਦਾ ਫਾਇਦਾ ਪਹੁੰਚੇਗਾ। ਇਸ ਚਰਚਾ ਦੇ ਵਿੱਚ ਨਹੀਂ ਮਹਿਮਾਨਾਂ ਦਾ ਧੰਨਵਾਦ। ਇੱਕ ਛੋਟਾ ਜਿਹਾ ਬ੍ਰੇਕ ਤੋਂ ਬਾਅਦ ਦੱਸਾਂਗੇ ਆਪਣੇ ਦਰਸ਼ਕਾਂ ਦੀ ਰਾਏ।